सचखंड श्री हरमंदर साहब के सत्कारयोग भाई शौकीन सिंह जी हजूरी रागी साडे नाल मौजूद ने, असीं गलबात करांगे। स्वागत है जी KTV ते। वाहिगुरू जी का खालसा वाहिगुरू जी की फतेह। भाई साहब जी, असीं होर भी रागी साहबान दे नाल गलबात कीती है। इतिहास शायद पहली बार इस तरह होया कि हजूरी रागी श्री अकाल तख्त साहब ते कोई मंग लैके आए होण तो हरमंदर साहब के हैड ग्रंथ साहब बारे लैके आए होण, की मनदे हो? नहीं वेखो, साडी मंग आप जी दे जिवें समझण च आया, आप जी ने कहा भी हैड ग्रंथी साहब दे वास्ते मंग है। वैसे साडी मंग जिहड़ी ना गुरु साहब दे दर ते जिहड़ा कीर्तन जां अंदर दा जिहड़ा प्रबंध आ, जां गुरु साहब दे दर ते जदों अंदर बाणी दा अमृत वरसदा ते संगतां अध्यात्मक खुराक लैण आउंदियां जी। तो सिंह साहब जी इदा कि जो असी इस वास्ते आए हैं भी असी कई बार सिंह साहब जी को एक दो सिंह जानते रहे, चलो विचार करते रहे, थोड़ा जा रागां नूं लैके जां किसी शब्द के पढ़न की मर्यादा नूं लैके मतभेद जिहड़ा हुंदा, असी श्रोमणी कमेटी नूं भी कई बार दस्सिया भी बह के वो दलील नाल, क्योंकि रागी सिंह जिन्हां दा प्रोफैशन है उन्हां नूं भी इस चीज़ की महारत है। तो किसी वे सानू प्रकरण वास्ते जां किसी करके सानू शब्द किसी दिन दिहाड़े करके इधरों उधरों भी बाणी ढुकवीं लभ के सानू पाउणी पैंदी। बाकी मैं ये बेनती जरूर करदा, कई बार शब्द आपां किसी राग गुरबाणी चो लै लेने, मान लो सोरठ चो लै लिया जां किसी राग होर चो लै लिया, पर जदों एक राग पढ़न की मर्यादा वा तो वो राग जिहड़े रागी सिंह आउंदे आ ना जी, वो सारे सिक्खे ने, सारिਆਂ ਦੇ कोर्स आ, सारिਆਂ ਨੂੰ टैसट लैके लाया गया जी। बिल्कुल इन्नी क सूझ सारे रखते। चलो मैं कहना गुरु की दात आ, किसी नूं वध किसी नूं घट, किसी दरसना तो गुरु साहब जिवें जिवें वसदा जिवें जिवें सेवा लैंदा। तो कीर्तन जे रागां की गल करिए तो रागां दा जिहड़ा बिल्कुल राग नूं जिहड़ा अगे रखना वो भी गुरु साहब ने नहीं किते। आपां एक साल बाद एक राग दरबार एक कराउने आ, मतलब ये उत्थे राग दरबार लिखिया हुंदा, फिर उत्थे कीर्तन नहीं लिखिया जांदा, हुंदा तो कीर्तन ही आ, पर उत्थे हुंदा कि साडे कोल बड़े जिन्हां नूं बहुत गले क्लासीकल गुरु साहब ने बख्शे ने, बहुत जिन्हां नूं सिੱਖਣ दा समां ज़्यादा मिला, जिहड़े बड़े धरंतर ते गंधर्व हुंदे ने, ਉਹ ਰਾਗੀਆਂ ਨੂੰ ਉੱਥੇ ਮੰਜੀ ਸਾਹਿਬ ਉਹ ਇੱਕ ਕਿਸਮ ਦਾ ਸਾਡੀ ਰਾਗਾਂ ਦੀ ਪ੍ਰਦਰਸ਼ਨੀ ਵੀ ਹੁੰਦੀ ਹੈ ਵੀ ਰਾਗੀ ਸਿੱਖ ਧਰਮ ਦੇ ਵਿੱਚ ਵੀ ਰਾਗੀ ਸਿੰਘ ਬੜੇ ਵਿਦਵਾਨ ਕੀਰਤਨੀਆਂ ਬੈਠੇ ਆ। ਜਿਹੜੀ ਹਰਮੰਦਰ ਸਾਹਿਬ ਦੀ ਗੱਲ ਆ, ਉੱਥੇ ਇਕੱਲੇ ਕੀਰਤਨ ਦੀ ਰਾਗਾਂ ਨੂੰ ਨਹੀਂ ਵੇਖਿਆ ਜਾਂਦਾ, ਉੱਥੇ ਕੁਝ ਮਰਜ਼ਾਦਾ ਵੀ ਨਿਸ਼ਚਿਤ ਨੇ, ਸਾਨੂੰ ਉਹ ਵੀ ਧਿਆਨ 'ਚ ਰੱਖਣਾ ਪੈਂਦਾ। ਤੇ ਸਿੰਘ ਸਾਹਿਬ ਜੀ ਜਦੋਂ ਸਾਨੂੰ ਜੋ ਸਿੰਘ ਸਾਹਿਬ ਜੀ ਕਹਿਣਾ ਚਾਹੁੰਦੇ ਨੇ ਤੇ ਜੋ ਸਾਡੀ ਮਜਬੂਰੀ ਹੁੰਦੀ ਆ, ਉਹਨੂੰ ਸਾਡੇ ਵਿੱਚ ਜਿਹੜਾ ਇੱਕ ਗੈਪ ਆ ਉਹ ਪੂਰਾ ਨਹੀਂ ਹੋ ਰਿਹਾ। ਉਹ ਕਦੀ ਬਹਿ ਕੇ ਮਿਲ ਵਰਤ ਕੇ ਬੈਠ ਕੇ ਨਹੀਂ ਹੋ ਸਕਿਆ। ਸ਼੍ਰੋਮਣੀ ਕਮੇਟੀ ਨੂੰ ਇੱਕ ਦੋ ਵਾਰੀ ਦੱਸਿਆ ਵੀ ਇਹਨੂੰ ਬਹਿ ਕੇ ਅਸੀਂ ਸਿੰਘ ਸਾਹਿਬ ਦੇ ਕੋਈ ਇਹ ਨਹੀਂ ਕਿ ਸਾਨੂੰ ਕੋਈ ਜਾਤੀ ਉਹਨਾਂ ਨਾਲ ਕੋਈ ਸਾਡੀ ਕੋਈ ਰੰਜ ਆ, ਜਾਂ ਸਿੰਘ ਸਾਹਿਬ ਸਤਿਕਾਰਯੋਗ ਨੇ, ਪਰ ਜੇ ਸਿੰਘ ਸਾਹਿਬ ਜੀ ਸਤਿਕਾਰਯੋਗ ਪਦਵੀ ਆ ਤੇ ਗੁਰੂ ਕੀ ਕੀਰਤਨੀਆਂ ਦੀ ਵੀ ਸਤਿਕਾਰਯੋਗ ਪਦਵੀ। ਅਸੀਂ ਸਿੰਘ ਸਾਹਿਬ ਜੀ ਨੂੰ ਹਮੇਸ਼ਾ ਸਿੰਘ ਸਾਹਿਬ ਜੀ ਕਰਕੇ ਗੋਡੀਆਂ ਥਲਾ ਕੇ ਫਤਿਹ ਬੁਲਾਉਂਦੇ, ਪਰ ਰਾਗੀ ਸਿੰਘਾਂ ਦਾ ਵੀ ਸਨਮਾਨ ਅਸੀਂ ਇਹ ਨਹੀਂ ਕਹਿੰਦੇ ਸਿੰਘ ਸਾਹਿਬ ਸਾਡੇ ਤੋਂ ਸਤਿਕਾਰਯੋਗ ਨੇ, ਪਰ ਗੁਰੂ ਕੇ ਕੀਰਤਨੀਏ ਗੁਰੂ ਰਾਮਦਾਸ ਦਾ ਜਿਹੜਾ ਦਰ ਹੈ ਕੋਈ ਵੀ ਸਥਾਨ ਹੈ, ਤੇ ਅਸੀਂ ਇਹ ਕਹਿੰਦੇ ਹਾਂ ਵੀ ਜਦੋਂ ਕਈ ਵਾਰੀ ਇਦਾਂ ਦੀ ਪ੍ਰੋਬਲਮ ਆ ਜਾਂਦੀ ਹੈ ਵੀ ਉਹ ਰਾਗੀ ਸਿੰਘ ਜਿਹੜੇ ਜਦੋਂ ਇੱਕ ਸ਼ਬਦ ਰਾਗ ਦਾ, ਇੱਥੇ ਇੱਕ ਸ਼ਬਦ ਰਾਗ ਦਾ ਪੜਨ ਦੀ ਮਰਜ਼ਾਦਾ, ਜਿਵੇਂ ਕਹਿ ਲਓ ਕਿ ਬਿਲਾਵਲ ਦਾ ਇੱਕ ਸਮਾਂ ਚੱਲ ਰਿਹਾ ਸਵੇਰੇ, ਉਹ ਚੌਂਕੀ ਨੂੰ ਬਿਲਾਵਲ ਦੀ ਹਾਜ਼ਰੀ ਕਿਹਾ ਜਾਂਦਾ, ਪਰ ਉਹਦੇ ਵਿੱਚ ਇਹ ਨਹੀਂ ਹੋਇਆ। ਸਾਡੇ ਜਿੰਨੇ ਪੁਰਾਤਨ ਕੀਰਤਨੀ ਅਸੀਂ ਸਾਰਿਆਂ ਨੂੰ ਫਾਲੋ ਕਰਦੇ ਹਾਂ। ਇਸ ਵੇਲੇ ਮੇਰੀ ਉਮਰ 42 ਸਾਲ ਦੀ ਹੈ ਤੇ ਅਸੀਂ ਪਿੱਛੋਂ ਬੜੇ ਸਤਿਕਾਰਯੋਗ ਰਾਗੀ ਸਿੰਘਾਂ ਨੂੰ ਸੁਣਦੇ ਵੀ ਆਏ ਆ, ਸਿੱਖੇ ਵੀ ਉਸਤਾਦਾਂ ਕੋਲ। ਤੇ ਮੈਂ ਭਾਈ ਗੁਰਮੇਸ਼ ਸਿੰਘ ਜੀ ਨਾਲ ਵੀ ਸੰਗਤ ਕੀਤੀ ਆ, ਉਹ ਵੀ ਇੱਕ ਸ਼ਬਦ ਬਿਲਾਵਲ ਦਾ ਪੜ੍ਹ ਕੇ ਠੀਕ ਹੈ ਬਿਲਾਵਲ ਚੋਂ ਹੀ ਲੈਣਾ ਚਾਹੀਦਾ, ਅਸੀਂ ਇਹਦੇ ਨਾਲ ਸਹਿਮਤ ਹਾਂ। ਪਰ ਉਸ ਤੋਂ ਬਾਅਦ ਜਦੋਂ 1.5 ਘੰਟੇ ਦੀ ਮੰਨ ਲਓ ਡਿਊਟੀ ਆ, ਤਾਂ ਉਹਦੇ ਵਿੱਚ ਸਾਨੂੰ ਫਿਰ ਸਵੇਰੇ ਸਿਫਤ ਸਲਾਹ ਦੇ ਸ਼ਬਦ ਜਿਹੜੇ ਉਹਦੇ ਨਾਲ ਭਾਵ ਕਰਕੇ ਰਲਦੇ ਆ, ਭਾਵੇਂ ਉਹ ਕਿਸੇ ਹੋਰ ਰਾਗਾਂ 'ਚੋਂ ਵੀ ਹੋਣ, ਪਰ ਅਸੀਂ ਗਾਉਣ ਦਾ ਜਿਹੜਾ ਰਾਗਾਂ ਦਾ ਸੰਬੰਧ ਜਿਹੜਾ ਮਤਭੇਦ ਚੱਲ ਰਿਹਾ ਉਹ ਇੱਦਾਂ ਨਹੀਂ ਆ। ਅਸੀਂ ਸਿੰਘ ਜਿੰਨੇ ਵੀ ਸਿੱਖੇ ਆ, ਉਹ ਜਦੋਂ ਇੱਕ ਕੀਰਤਨ ਰਾਗ ਦਾ ਸ਼ਬਦ ਪੜ੍ਹ ਕੇ, ਕਿਉਂਕਿ ਇੱਥੇ ਹਰ ਤਰ੍ਹਾਂ ਦਾ ਸਰੋਤਾ ਹੁੰਦਾ, ਸਾਰੇ ਕਲਾਸੀਕਲ ਨੂੰ ਨਹੀਂ ਸਮਝ, ਇੱਕ ਦੀ ਮਰਜ਼ਾਦਾ ਪੂਰੀ ਕਰਕੇ ਉਸ ਤੋਂ ਬਾਅਦ ਸਾਨੂੰ ਧਿਆਨ ਰੱਖਣਾ ਚਾਹੀਦਾ ਵੀ ਸਾਡੀ ਸ਼ੈਲੀ ਗੁਰਮਤਿ ਸੰਗੀਤ ਦੀ ਹੋਵੇ, ਟਕਾ ਹੋਵੇ, ਚੰਚਲਤਾਈ ਨਾ ਹੋਵੇ, ਕੋਈ ਫਿਲਮੀ ਟਿਊਨ ਨਾ ਹੋਵੇ, ਉਹਦਾ ਅਸੀਂ ਰੱਖਦੇ ਹਾਂ। ਬਾਕੀ ਸਿੰਘ ਸਾਹਿਬ ਜੀ ਨੂੰ ਸ਼ਾਇਦ ਅਸੀਂ ਸਮਝਾ ਨਹੀਂ ਸਕੇ ਜਾਂ ਸਾਡੇ 'ਚ ਇੱਕ ਗੈਪ ਬਣਿਆ ਰਿਹਾ। ਬਾਕੀ ਜਦੋਂ ਅੱਗੋਂ ਅਸੀਂ ਸ਼ਬਦ ਸ਼ੁਰੂ ਕਰਦੇ ਹਾਂ, ਅਸੀਂ ਭਾਵਨਾ ਰਲਾ ਕੇ ਸ਼ਬਦ ਸ਼ੁਰੂ ਕਰਦੇ ਹਾਂ, ਉਹ ਕਈ ਵਾਰੀ ਕਿਸੇ ਹੋਰ ਰਾਗਾਂ 'ਚ ਹੁੰਦੇ ਜਿਨ੍ਹਾਂ ਰਾਗਾਂ ਦਾ ਸਮਾਂ ਭਾਵੇਂ ਕਿਸੇ ਹੋਰ ਵੇਲੇ ਦਾ, ਪਰ ਸਿੰਘ ਗਾਉਂਦੇ ਜਿਹੜੇ ਆ ਉਹ ਮੰਨ ਲਓ ਕੋਈ ਭੈਰਵੀ ਰਾਗ ਆ, ਕੋਈ ਪਹਾੜੀ ਰਾਗ ਹੈ, ਸੰਗੀਤ ਵਾਲੇ ਸਿੰਘ ਸਮਝਦੇ ਜਿਨ੍ਹਾਂ ਨੂੰ ਸੂਝ ਆ, ਉਹ ਕੁਝ ਰਾਗ ਐਸੇ ਨੇ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਵੀ ਸਿਖਾਏ ਗਏ, ਪਰ ਸਾਡੇ ਅੰਦਰ ਇਹ ਕਈ ਵਾਰੀ ਆਉਂਦਾ ਵੀ ਉਹ ਵੀ ਅਸੀਂ ਗੁਰਮਤ ਵਿਦਿਆਲਿਆਂ 'ਚੋਂ ਹੀ ਸਿੱਖੇ। ਸਤਿਕਾਰਯੋਗ ਪ੍ਰੋਫੈਸਰ ਕਰਤਾਰ ਸਿੰਘ ਜੀ, ਡਾਕਟਰ ਗੁਰਨਾਮ ਸਿੰਘ ਜੀ, ਜਾਂ ਅਸੀਂ ਚੀਫ ਖਾਲਸਾ ਦੀਵਾਨ ਭਾਈ ਵੀਰ ਸਿੰਘ ਗੁਰਮਤਿ ਵਿਦਿਆਲਿਆਂ ਤੋਂ ਸਿੱਖੇ। ਸਾਡੇ ਵੀ ਉਸਤਾਦ ਪ੍ਰੀਤਮ ਸਿੰਘ ਜ਼ਖਮੀ ਸੀ। ਸਾਨੂੰ ਜਦੋਂ ਵਿਦਿਆਲਿਆਂ ਦੇ ਸਿਲੇਬਸ ਆ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਤੋਂ ਛੁੱਟ ਹੋਰ ਰਾਗ ਵੀ, ਕਿਉਂਕਿ ਜੇ ਗੁਰਬਾਣੀ ਸਾਗਰ ਆ ਤਾਂ ਰਾਗਾਂ ਦਾ ਵੀ ਸਾਗਰ ਆ, ਇਹ ਦਾਤਾਂ ਨੇ ਗੁਰੂ ਸਾਹਿਬ ਦੀਆਂ, ਸੰਗੀਤ ਬੜੀ ਵੱਡੀ ਦਾਤ ਆ। ਉਹ ਜਿਹੜੇ ਬਾਹਰੋਂ ਜਦੋਂ ਰਾਗ ਸਿਖਾਏ ਜਾਂਦੇ ਨੇ ਉਹਨਾਂ ਦਾ ਸਮਾਂ ਵੀ ਸਵੇਰੇ ਹੁੰਦਾ। ਮਤਲਬ ਮੈਂ ਬਿਲਾਵਲ ਪੜ੍ਹ ਰਿਹਾ, ਬਿਲਾਵਲ ਦੀ ਹਾਜ਼ਰੀ ਚੱਲ ਰਹੀ ਹੈ, ਔਰ ਉੱਥੇ ਸਮਾਂ ਇੱਕੇ ਰਾਗ ਦਾ ਨਹੀਂ, ਉਸ ਇੱਕੇ ਸਮੇਂ 'ਤੇ ਕਿੰਨੇ ਰਾਗਾਂ ਦਾ ਸਮਾਂ ਹੈਗਾ, ਠੀਕ ਹੈ ਨਾ ਜੀ। ਉਹ 'ਤੇ ਅਸੀਂ ਕੋਈ ਬਾਹਰੋਂ ਰਾਗ ਲੈ ਲਿਆ ਤਾਂ ਉਹਦੇ ਵਿੱਚ ਅਸੀਂ ਪੜ੍ਹਾਂਗੇ ਤਾਂ ਬਾਣੀ,
ਤੋ ਸਿੰਘ ਸਾਹਿਬ ਜੀ ਨੂੰ ਲੱਗਦਾ ਵਾ ਕਿ ਜਦੋਂ ਅਸੀਂ ਕੋਈ ਸ਼ਬਦ ਪੜ੍ਹਦੇ ਹਾਂ ਅਸੀਂ ਉਹ ਰਾਗ ਸਵੇਰ ਦਾ ਹੀ ਛੇੜਿਆ ਹੁੰਦਾ, ਸਾਡੀਆਂ ਸੁਰਾਂ ਨਹੀਂ ਸ਼ਾਮ ਦੇ ਰਾਗ ਦੀਆਂ ਹੁੰਦੀਆਂ। ਕੋਈ ਵੀ ਰਾਗੀ ਸਿੰਘ ਇੱਥੇ ਉਲਟ ਨਹੀਂ ਪੜਦਾ, ਉਹ ਭੈਰਵੀ ਜਿਹੜੀ ਉਹ ਸਦਾ ਬਹਾਰ ਆ। ਹੁਣ ਸ਼ਾਮ ਨੂੰ ਆਸਾ ਸਵੇਰ ਦਾ ਟਾਈਮ ਹੈ, ਸ਼ਾਮ ਨੂੰ ਦਰਬਾਰ ਸਾਹਿਬ 'ਚ ਉਹ ਇੱਕ ਮੇਰੀ ਬੇਨਤੀ ਹੋ ਰਿਹਾ, ਕੁਝ ਚੀਜ਼ਾਂ ਮਰਜ਼ਾਦਾ ਨੂੰ ਮੁੱਖ ਰੱਖਿਆ ਜਾਂਦਾ। ਅਸੀਂ ਇਹ ਬੇਨਤੀ ਕਰਦੇ ਹਾਂ ਸੰਗਤ 'ਚ ਵੀ ਇਹ ਸਾਰਾ ਇਸ਼ੂ ਜਿਹੜਾ ਇਹ ਜਾਂਦਾ ਵਾ, ਔਰ ਸੰਗਤ ਨੂੰ ਇੰਨਾ ਕਈ ਸੁਚੇਤ ਆ, ਕਈਆਂ ਨੂੰ ਨਹੀਂ ਪਤਾ ਇਸ ਵਿਸ਼ੇ ਦਾ। ਹੁਣ ਵੇਖੋ ਜਿਹੜੀ ਆਰਤੀ ਸਾਹਿਬ ਆ ਉਹ ਧਨਾਸਰੀ ਰਾਗ ਦੇ ਅੰਦਰ ਗੁਰੂ ਸਾਹਿਬ ਨੇ ਉਚਾਰੀ ਹੈ, ਤੇ ਧਨਾਸਰੀ ਦਾ ਜਿਹੜਾ ਟਾਈਮ ਆ ਉਹ ਦੁਪਹਿਰ ਸ਼ਾਮ ਦੇ ਵਿਚਕਾਰ ਹੈਗਾ, ਬਾਅਦ ਦੁਪਹਿਰ ਕਹਿ ਲਓ ਹੈ ਨਾ 2, 2:30, 3 ਵਜੇ ਤੋਂ ਲੈ ਕੇ, ਤੇ ਰਾਗ 3 ਘੰਟੇ ਦਾ ਹੁੰਦਾ। ਪਰ ਧਨਾਸਰੀ ਰਾਗ 'ਚ ਜੇ ਆਰਤੀ ਆ ਤੇ ਜਦੋਂ ਅਸੀਂ ਰਾਤ ਨੂੰ ਆਰਤੀ ਕਰਾਂਗੇ ਤੇ ਉਦੋਂ ਹੀ ਨਾ ਜਦੋਂ ਦਰਬਾਰ ਸਾਹਿਬ 'ਚ ਉਹਦਾ ਟਾਈਮ ਆ, ਫਿਰ ਉਦੋਂ ਕੀ ਉਹ ਗਲਤ ਹੋ ਜਾਂਦਾ। ਜਦੋਂ ਸਵੇਰੇ ਚਰਨ ਕਮਲ ਤੇ ਦੁਪਹਿਰੇ ਇੱਕ ਸ਼ਬਦ ਦੀ ਮਰਜ਼ਾਦਾ ਵਾ, ਚਰਨ ਕਮਲ ਪ੍ਰਭ ਕੀ ਨਿਤ ਧਿਆਉ, ਉਦੋਂ ਧਨਾਸਰੀ ਉਦੋਂ ਟਾਈਮ ਤਲੰਗ ਦਾ ਸਾਰੰਗ ਦਾ ਪੈਰ 3 ਘੰਟੇ ਚੱਲਦਾ। ਤੇ ਸਾਨੂੰ ਕਈ ਵਾਰੀ ਘੰਟੇ ਬਾਅਦ ਹੀ ਕਿਹਾ ਜਾਂਦਾ ਵੀ 2 ਤੋਂ 3 ਆ ਹੀ 3 ਤੋਂ ਆ ਬਦਲ ਗਿਆ, ਹੈ ਨਾ। ਉਹ ਰਾਗੀ ਸਿੰਘ ਇਸ ਚੀਜ਼ ਨੂੰ ਸਮਝਦੇ ਨੇ। ਆਹ ਰੌਲਾ ਥੋੜਾ ਜਿਹਾ ਪੈਂਦਾ, ਤੇ ਗੁਰੂ ਦੇ ਦਰ ਤੇ ਸਾਡੇ ਮਨ 'ਚ ਇਹ ਨਹੀਂ ਆ ਕਿ ਅਸੀਂ ਕੋਈ ਸਿੰਘ ਸਾਹਿਬ ਨੂੰ ਨੀਵਾਂ ਦਿਖਾਉਣ ਲਈ ਜਾਂ ਕਿਸੇ ਕਹਿੰਦੇ ਵੀ ਉੱਥੇ ਜਦੋਂ ਕੀਰਤਨੀਆਂ ਕਰਦਾ ਜਦੋਂ ਉਹਨੂੰ ਟੋਕਿਆ ਜਾਂਦਾ ਉਹ ਥਿੜਕ ਜਾਂਦਾ। ਹੁਣ ਜਿਹੜਾ ਸ਼ਬਦ ਚਰਨ ਕਮਲ ਤੇ ਪੜਿਆ ਜਾਂਦਾ ਉਹ ਦੁਪਹਿਰੇ ਉਹ 3 ਵਜੇ ਤੋਂ 5-7 ਮਿੰਟ ਪਹਿਲਾਂ ਪੜਿਆ ਜਾਂਦਾ, ਚਰਨ ਕਮਲ ਪ੍ਰਭ ਕੀ ਨਿਤ ਧਿਆਉ, ਉਹਦੀ ਮਰਜ਼ਾਦਾ ਵਾ। ਪਰ ਗੁਰੂ ਸਾਹਿਬ 'ਚ ਉਹ ਸ਼ਬਦ ਬਿਲਾਵਲ 'ਚ ਲਿਖਿਆ, ਪਰ ਉਹ ਤੇ ਸਿੰਘ ਸਾਹਿਬ ਬੈਠੇ ਹੁੰਦੇ ਉਹ ਆਪਾਂ ਪੜ੍ਹਦੇ ਹੀ ਆ। ਆਸਾ ਜੀ ਦੀ ਵਾਰ ਜਿਸ ਰਾਗੀ ਸਿੰਘ ਨੂੰ ਘੱਟੋ ਘੱਟ 6 ਰਾਗਾਂ 'ਚ ਨਹੀਂ ਆਉਂਦੀ, ਉਹਨੂੰ ਜਦੋਂ ਆਪਾਂ ਉੱਥੇ ਟੈਸਟ ਹੁੰਦਾ ਵਾ ਉਹਨੂੰ ਰਾਗੀ ਨਹੀਂ ਮੰਨਿਆ ਜਾਂਦਾ। ਸਾਨੂੰ ਉਸਤਾਦ ਜਦੋਂ ਮੈਂ ਵੀ ਟੈਸਟ ਦੇ ਕੇ ਲੱਗਾ, ਮੈਨੂੰ ਪ੍ਰੋਫੈਸਰ ਸਾਹਿਬ ਕਰਤਾਰ ਸਿੰਘ ਹੋਣਾ ਪੁੱਛਿਆ, ਭਾਈ ਗੁਰਮੇਜ ਸਿੰਘ ਜੀ, ਭਾਈ ਰਵਿੰਦਰ ਸਿੰਘ ਵੀ ਉਹਦੇ ਵਿੱਚ ਸੀ, ਭਾਈ ਜਸਵੰਤ ਸਿੰਘ ਸੀ, ਡਾਕਟਰ ਗੁਰਨਾਮ, ਉਹਨਾਂ ਪੁੱਛਿਆ ਬੱਚੇ ਆਸਾ ਦੀ ਵਾਰ ਕਿੰਨੇ ਰਾਗਾਂ 'ਚ ਲਾ ਲੈਂਦੇ? ਤੇ ਮੈਂ ਕਿਹਾ ਜੀ ਮੈਂ ਸਵੇਰ ਦੇ ਸਾਰੇ ਰਾਗਾਂ 'ਚ ਲਾ ਲੈਂਦਾ। ਤੇ ਕਹਿੰਦੇ ਵੀ ਠੀਕ ਹੈ। ਫਿਰ ਉਹਨਾਂ ਸੁਣੀ। ਮੇਰੇ ਕਹਿਣ ਦਾ ਮਤਲਬ ਆਸਾ ਰਾਗ 'ਚ ਉਚਾਰੀ ਹੈ, ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਆਸਾ ਰਾਗ 'ਚ ਨਹੀਂ ਉਹ ਸਾਰੀਆਂ ਇੰਨੀ ਲੰਮੀ ਬਾਣੀ ਆ, ਉਹ ਮਤਲਬ ਸਵੇਰ ਦੇ ਰਾਗਾਂ ਨੂੰ ਲੈ ਕੇ ਅਸੀਂ ਗਾ ਲੈਂਦੇ ਆ। ਇਹ ਪ੍ਰੋਫੈਸ਼ਨ ਜਿਹੜਾ ਨਾ ਇਹਨੂੰ ਸਮਝਣ ਵਾਲੇ ਦੇ ਸਮਝਣ ਦੀ ਗੱਲ ਆ। ਬਾਕੀ ਕਈ ਵਾਰੀ ਵੇਖੋ ਜੀ ਪੈਰਾਂ ਦੇ ਹਿਸਾਬ ਨਾਲ ਕੀਰਤਨ ਜਿੱਦਾਂ ਸਿੰਘ ਸਾਹਿਬ ਕਹਿੰਦੇ ਨਿਸ਼ਚਿਤ ਕਰਕੇ ਦਰਬਾਰ ਸਾਹਿਬ ਦੀਆਂ ਕੁਝ ਮਰਜ਼ਾਦਾ ਮੁੱਖ ਆ, ਉਹ ਨਹੀਂ ਹੋ ਸਕਦਾ, ਕਿਉਂਕਿ ਕਿਸੇ ਵੇਲੇ ਆਸਾ ਦੀ ਵਾਰ ਸੀਜ਼ਨ ਦੇ ਹਿਸਾਬ ਨਾਲ 3 ਤੋਂ 6 ਵੀ ਹੋ ਜਾਂਦੀ ਹੈ, ਤੇ ਕਿਸੇ ਵੇਲੇ 4 ਤੋਂ 7 ਆ ਜਾਂਦੀ, ਤੇ ਪੈਰ ਚੱਲ ਲਿਆ 12 ਤੋਂ 3, 3 ਤੋਂ 6, 6 ਤੋਂ 9, ਉਹ 'ਚ ਰਾਗ ਬਦਲ ਜਾਂਦੇ ਆ। ਹੁਣ ਤੁਸੀਂ ਆਪ ਹੀ ਸੁਲਝੇ, ਉਹ ਜਿਹੜਾ 12 ਤੋਂ 3 'ਚ ਆਊਗਾ ਉਹ ਰਾਗ ਹੋ ਰਿਹਾ 3 ਤੋਂ 6 ਵਾਲੇ ਹੋ ਰਿਹਾ, ਤੇ ਜੇ 4 ਤੋਂ 7 ਹੋ ਗਈ ਤੇ ਉਹ ਜਿਹੜੇ 6 ਤੋਂ ਬਾਅਦ 1 ਘੰਟਾ ਵਾ ਉਹ 'ਚ ਕੋਈ ਰਾਗ ਹੋਰ ਸ਼ੁਰੂ ਹੋ ਗਏ ਤੇ ਆਸਾ ਦੀ ਵਾਰ ਤੇ ਖਤਮ ਨਹੀਂ ਹੋਈ। ਇਸ ਕਰਕੇ ਇੱਥੇ ਕੀਰਤਨ ਜਿਹੜਾ ਵਾ, ਜਦੋਂ ਰਾਗ ਦਰਬਾਰ ਵੀ ਅੱਗੇ ਭਾਈ ਰਵਿੰਦਰ ਸਿੰਘ ਵੀ ਦੱਸ ਕੇ ਗਏ ਆ ਵੀ ਜਦੋਂ ਰਾਗ ਦਰਬਾਰ ਹੁੰਦਾ ਸੀ ਨਾ ਮੰਜੀ ਸਾਹਿਬ, ਤੇ ਉਹ ਮੈਂ ਸਮਾਂ ਆਪ ਜੀ ਦਾ ਜ਼ਿਆਦਾ ਤਾਂ ਨਹੀਂ ਲੈ ਰਿਹਾ, ਕਿਉਂਕਿ ਇਹ ਬੜੀ ਗੱਲ ਜਿਹੜੀ ਹੈ ਨਾ ਬਹੁਤ ਜ਼ਰੂਰੀ ਕਿ ਵਿਸਥਾਰ ਦੇ ਨਾਲ ਆਮ ਬੇਸ਼ੱਕ ਤੁਹਾਨੂੰ ਵੀ ਪਤਾ ਵੀ ਜਿਹੜੇ ਆਉਣ ਵਾਲੇ ਜਿਹੜੇ ਰਾਗੀ ਸਾਹਿਬਾਨ ਨੇ, ਬਹੁਤ ਸਾਰੇ ਨਾਮਵਰ ਰਾਗੀ ਸਾਹਿਬਾਨ ਨੂੰ ਫਿਲਮੀ ਤਰਜਾਂ ਨੂੰ ਥੋੜਾ ਜ਼ਿਆਦਾ ਪਸੰਦ, ਲੋਕ ਸੰਗਤ ਵੀ ਪਸੰਦ ਕਰਦੀ ਹੈ। ਅਸੀਂ ਕਹਿੰਦੇ ਆ ਜੀ ਜਦੋਂ ਅਸੀਂ ਕੀਰਤਨ ਕਰਦੇ ਆ, ਮੰਨ ਲਓ ਅਸੀਂ ਕੀਰਤਨ ਕਰ ਰਹੇ ਆ ਤੇ ਅਸੀਂ ਕਿਸੇ ਰਾਗ ਦਾ ਸ਼ਬਦ ਪੜ੍ਹ ਰਹੇ ਆ, ਸਾਨੂੰ ਕਿਸੇ ਵੇਲੇ ਕੋਈ ਪ੍ਰਮਾਣ ਉਹਦਾ ਖੁਲਾਸਾ ਕਰਨੀ, ਅਸੀਂ ਵਿਆਖਿਆ ਤੇ ਕਰ ਨਹੀਂ ਸਕਦੇ ਹਰਿਮੰਦਰ ਸਾਹਿਬ ਦੇ ਅੰਦਰ। ਅਸੀਂ ਜਿਹੜਾ ਆਪੋ ਆਪਣੀ ਕੋਈ ਮਹਾਰਤ ਰੱਖਦਾ ਉਹ ਪ੍ਰਮਾਣ ਨੂੰ ਲੈਂਦਾ, ਪਰ ਉਸ ਵੇਲੇ ਜਾਂ ਆਪਾਂ ਬੰਦਨਾ ਕਰਦੇ ਆ ਜਾਂ ਵਿੱਚੋਂ ਕੋਈ ਉਹਦੇ ਨਾਲ ਭਾਵਨਾ ਰਲਦੀਆਂ ਤੁਕੀਆਂ ਗੁਰੂ ਸਾਹਿਬ ਦੀ ਉੱਥੇ ਨਜ਼ਰ ਹੁੰਦੀ ਆ, ਉੱਥੇ ਕਿਸੇ ਦੀ ਵਿਦਵਤਾ ਨਹੀਂ ਕੰਮ ਕਰਦੀ ਵੀ ਇਹ ਉੱਥੋਂ ਗੁਰੂ ਸਾਹਿਬ ਆਮਦ ਕਰਦੇ ਆ ਵੀ ਕੀਰਤਨੀਆਂ ਜਦੋਂ ਕੀਰਤਨ ਕਰ ਰਿਹਾ ਤੇ ਦਾਸ ਤੇਰੇ ਕੀ ਬੇਨਤੀ ਦਾ ਸ਼ਬਦ ਪੜ੍ਹ ਰਿਹਾ, ਤੇ ਕਈ ਵਾਰੀ ਉਹਦੇ ਨਾਲ ਦੀਆਂ ਹੋਰ ਤੁਕਾਂ ਸਾਡੇ ਜ਼ਿਹਨ 'ਚ ਆ ਜਾਂਦੀਆਂ, ਅਸੀਂ ਉਹਨਾਂ ਨੂੰ ਨਾਲ ਪੜ੍ਹਦੇ ਹਾਂ ਤੇ ਸੰਗਤ ਨੂੰ ਉਹ ਸਰਵਣ ਕਰਨਾ ਜਿਹੜਾ ਥੋੜਾ ਜਿਹਾ ਨਹੀਂ ਜਿਹਨੂੰ ਸਮਝ ਉਹਨੂੰ ਵੀ ਪਤਾ ਲੱਗ ਜਾਂਦਾ। ਪਰ ਜੇ ਅਸੀਂ ਉੱਥੇ ਫੋਕਸ ਕਰ ਦਈਏ ਕਿ ਉਹ ਫੋਕਸ ਕਰੀਏ ਕਿ ਉਹ ਕਿਹੜੇ ਰਾਗ ਦੀਆਂ ਤੁਕਾਂ, ਪਰ ਅਸੀਂ ਜਦੋਂ ਸੁਰਾਂ ਉਸ ਦੀਆਂ ਗਾ ਰਹੇ ਹਾਂ ਹੈ ਨਾ। ਇਸ ਕਰਕੇ ਇੱਥੇ ਜਦੋਂ ਰਾਗ ਦਰਬਾਰ ਵੀ ਭਾਈ ਰਵਿੰਦਰ ਸਿੰਘ ਜੀ ਦੱਸ ਕੇ ਗਿਆ, ਸਾਡੇ ਨੂੰ ਪੁਰਾਣੇ ਸਾਡੇ ਸੀਨੀਅਰ ਆ, ਉਹ ਰਾਗ ਦਰਬਾਰ ਜਦੋਂ ਹੁੰਦਾ ਉੱਥੇ ਰਾਗ 'ਚ ਇੱਕ ਸ਼ਬਦ ਪੜ੍ਹਾਇਆ ਜਾਂਦਾ ਸੀ ਨਿਰਧਾਰਤ ਰਾਗ ਦਾ, ਉਸ ਤੋਂ ਬਾਅਦ ਕਿਹਾ ਜਾਂਦਾ ਸੀ ਆਪਣੀ ਮਰਜ਼ੀ ਨਾਲ ਇੱਕ ਕੋਈ ਵੀ ਸ਼ਬਦ ਕਿਸੇ ਵੀ ਸਮੇਂ ਦਾ ਪੜ੍ਹ ਦਿਓ। ਇਸੇ ਤਰ੍ਹਾਂ ਦਰਬਾਰ ਸਾਹਿਬ 'ਚ ਜਿਹੜੇ ਪ੍ਰਾਤਨ ਕੀਰਤਨੀ ਆ, ਜਿੰਨਾ ਕੀਰਤਨ ਤੁਸੀਂ ਸਰਚ ਕਰ ਸਕਦੇ YouTube ਤੇ ਪਿਛਲਾ ਪਿਆ ਵਾ, ਉਹ ਸਾਰੇ ਭਾਈ ਸਾਹਿਬ ਜੇ ਬਿਲਾਵਲ ਦੀ ਡਿਊਟੀ ਕਰਦੇ ਤੇ ਬਿਲਾਵਲ ਦਾ ਹੀ ਸ਼ਬਦ ਨਹੀਂ ਲੈਂਦੇ ਰਹੇ, ਇੱਕ ਸ਼ਬਦ ਲੈਣ ਦੀ ਮਰਜ਼ਾਦਾ ਵਾ। ਉਸ ਤੋਂ ਬਾਅਦ ਸਿੰਘ ਸਾਹਿਬ ਜੀ ਨੂੰ ਲੱਗਦਾ ਕਿ ਜੇ ਇਹ ਸੋਰਠ 'ਚੋਂ ਗਾਣ ਲੱਗ ਗਏ ਆ ਤੇ ਸੋਰਠ ਰਾਗ ਗਾ ਦਿੱਤਾ ਇਹਨਾਂ ਨੇ, ਇਹਦਾ ਸਮਾਂ ਨਹੀਂ ਹੈ। ਤੇ ਉਹ ਫਿਰ ਸਿੰਘ ਕੀ ਕਰਦੇ ਵੀ ਸਿੰਘ ਹੁਣ ਸਿੰਘ ਸਾਹਿਬ ਦੇ ਕਹਿਣ ਤੇ ਸੋਰਠ ਰਾਗ ਤੋਂ ਸ਼ਬਦ ਚੁੱਕ ਲੈਂਦੇ ਆ, ਤੇ ਪਰ ਸੁਰਾਂ ਤੇ ਉਹ ਜਿਹੜੀਆਂ ਮਤਲਬ ਉਹ ਜਿਹੜੇ ਰਾਗ ਵੀ ਅਸੀਂ ਆਪ ਜੀ ਨੂੰ ਤੁਸੀਂ ਸ਼ਾਇਦ ਜ਼ਿਆਦਾ ਸੰਗਤ ਨੂੰ ਦੱਸ ਸਕਦੇ ਹੋ ਵੀ ਅਸੀਂ ਜਿਹੜੀਆਂ ਸੁਰਾਂ ਛੇੜਦੇ ਆ, ਕੋਈ ਸਿੰਘ ਸਵੇਰੇ ਕਲਿਆਣ ਦੀਆਂ ਸੁਰਾਂ ਨਹੀਂ ਛੇੜਦਾ। ਉਹ ਕੁਝ ਰਾਗ ਐਸੇ ਜਿਨ੍ਹਾਂ 'ਚ ਸਧਾਰਨ ਰੀਤਾਂ ਜਿਹੜੀਆਂ ਲਾਈਟ ਕੀਰਤਨ ਜਿਹਨੂੰ ਕਹਿੰਦੇ ਨੇ ਉਹਦੀ ਵੀ ਜ਼ਰੂਰਤ ਆ, ਕਿਉਂਕਿ ਗੁਰੂ ਸਾਹਿਬ ਦੇ ਦਰ ਤੇ ਸਾਰੇ ਇੰਨੇ ਡੂੰਘੇ ਸਰੋਤੇ ਕੁਝ ਇੱਥੇ ਅਸੀਂ ਜਾਣਾ ਤਾਂ ਸ਼ਬਦ ਆ ਗੁਰੂ ਦਾ ਅੰਦਰ। ਇਸ ਕਰਕੇ ਸਾਡੀਆਂ ਇਹ ਮਜਬੂਰੀਆਂ ਵਾ ਤੇ ਇਹ ਅਸੀਂ ਇਹ ਵਾਦ ਜਿਹੜਾ ਥੋੜਾ ਜਿਹਾ ਇਸ਼ੂ ਬਣ ਗਿਆ, ਤੇ ਇਸ ਕਰਕੇ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ, ਸਾਡਾ ਪਰਿਵਾਰ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ, ਤੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਵੀ ਗੁਰੂ ਸਾਹਿਬ ਦੇ ਦਰ ਤੇ ਕੀਰਤਨੀਆਂ ਦਾ ਮਾਨ ਸਨਮਾਨ ਦਾ ਵੀ ਬਹਾਲ ਰਵੇ। ਸਿੰਘ ਸਾਹਿਬ ਜੀ ਦਾ ਸਤਿਕਾਰ ਕਰਦੇ ਆ, ਪਰ ਮੈਂ ਇਹ
ਬੇਨਤੀ ਕਰਦਾ ਵੀ ਜਿਹੜੀ ਪਦਵੀ ਸਤਿਕਾਰਯੋਗ ਹੈ ਜੇ ਸਿੰਘ ਸਾਹਿਬ ਜੀ ਦੀ ਆ ਤੇ ਰਾਗੀ ਸਿੰਘਾਂ ਦੀ ਵੀ ਹੈ। ਜੀ ਜੀ ਤੇ ਉਹ ਸਾਰਿਆਂ ਨੂੰ ਆਪੋ ਆਪਣੀ ਜਿਹੜੀ ਆ ਉਹ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਜੀ। ਜਿਹੜਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਪੰਥ ਦਾ ਸਰਵਉੱਚ ਜਿਹੜਾ ਕਿ ਬਹੁਤ ਪਵਿੱਤਰ ਸਥਾਨ ਆ। ਸਿੱਖ ਪੰਥ ਦੇ ਵਿੱਚ ਜਿਹੜਾ ਕਿ ਗੁਰਬਾਣੀ ਦੀ, ਕੀਰਤਨ ਦੀ, ਸੰਗੀਤ ਦੀ ਜਿਹੜੀ ਬਹੁਤ ਉੱਚੀ ਜਿਹੜੀ ਆ ਉਹ ਮਹਾਨਤਾ, ਬੜੀ ਉੱਚੀ ਪਦਵੀ ਆ। ਗੁਰੂ ਨਾਨਕ ਪਾਤਸ਼ਾਹ ਨੇ ਖੁਦ ਨੇ ਜਿਹੜਾ ਕਿ ਰਬਾਬ ਭਾਈ ਮਰਦਾਨਾ ਸਾਹਿਬ ਜੀ ਦੇ ਨਾਲ ਜਿਹੜਾ ਕਿ ਗੁਰਬਾਣੀ ਉਚਾਰੀ ਆ ਤੇ ਸੰਗੀਤ ਬੜਾ ਪਵਿੱਤਰ ਆ। ਤਾਂ ਕਿਉਂ ਫਿਰ ਜਿਹੜਾ ਕਿ ਹੈਡ ਗ੍ਰੰਥੀ ਸਾਹਿਬ ਜਿਹੜੇ ਆ ਰਾਗੀ ਸਾਹਿਬਾਨ ਦੇ ਨਾਲ ਇਸ ਤਰ੍ਹਾਂ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਦੇਖੀਆਂ ਨੇ ਵੀ ਕਿਉਂਕਿ ਰਾਗ ਬਾਰੇ ਜਾਣਕਾਰੀ ਹੋਣੀ, ਭਾਈ ਸਾਹਿਬ ਰਾਗੀ ਨੇ, ਰਾਗੀ ਜਿਹੜਾ ਰਾਗ ਗਾਉਂਦਾ ਉਹ ਰਾਗੀ ਆ, ਜਿਹੜਾ ਬਾਣੀ ਪੜ੍ਹਦਾ, ਕਥਾ ਕਰਦਾ ਉਹ ਗ੍ਰੰਥੀ ਆ ਜਾਂ ਉਹ ਹੈਡ ਗ੍ਰੰਥੀ ਆ ਪਦਵੀ ਦੇ ਹਿਸਾਬ ਨਾਲ। ਤਾਂ ਪਿੱਛੇ ਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੰਤੀ ਰਾਗਾਂ ਦਾ ਜਿਹੜਾ ਕੀਰਤਨ ਹੈ ਸ਼ੁਰੂ ਕੀਤਾ, ਕਿਉਂਕਿ ਬਹੁਤ ਪਵਿੱਤਰ ਮਰਿਆਦਾ ਤੰਤੀ ਰਾਗਾਂ ਦੀ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਡੂੰਘੀਆਂ ਗੱਲਾਂ ਭਾਈ ਸਾਹਿਬ ਨੇ ਸਾਨੂੰ ਦੱਸੀਆਂ। ਪਰ ਭਾਈ ਸਾਹਿਬ ਜੀ ਜੀ ਡਾਕਟਰ ਸਿੰਘ ਬਣਾ ਰਹੇ ਹੋ ਤੇ ਤੁਸੀਂ ਇੱਕ ਮਿੰਟ। ਹਾਂਜੀ, ਤਾਂ ਭਾਈ ਸਾਹਿਬ ਜੀ ਜਿਹੜਾ ਕਿ ਜਿਸ ਤਰ੍ਹਾਂ ਵੀਡੀਓਜ਼ ਕੁਝ ਵਾਇਰਲ ਹੋਈਆਂ ਨੇ, ਬਹੁਤ ਸਾਰੇ ਰਾਗੀ ਸਿੰਘਾਂ ਦੇ ਵੀ ਇਲਜ਼ਾਮ ਹੈ ਕਿ ਸਾਡੇ ਨਾਲ ਜਿਹੜੀ ਸ਼ਬਦਾਵਲੀ ਉਹ ਵੀ ਜਿਹੜੀ ਅਸੀਂ ਕਹਿ ਨਹੀਂ ਸਕਦੇ, ਕਹਿਣਾ ਚਾਹੁੰਦੇ ਨਹੀਂ ਇਸ ਤਰ੍ਹਾਂ ਦੀ ਵਰਤੀ, ਕਿਉਂਕਿ ਹੁਣ ਮੀਡੀਆ ਦੇ ਵਿੱਚ ਗੱਲ ਆ ਗਈ ਆ। ਤੁਹਾਨੂੰ ਪਤਾ ਮੀਡੀਆ ਦੇ ਵਿੱਚ ਤੁਸੀਂ ਵੀ ਨਹੀਂ ਸੀ ਚਾਹੁੰਦੇ, ਰਾਗੀ ਸਾਹਿਬਾਨ ਨਹੀਂ ਸੀ ਚਾਹੁੰਦੇ ਵੀ ਮੀਡੀਆ ਦੇ ਵਿੱਚ ਇਹ ਹੋਲੋ ਲੋਲੋ ਜਿਸ ਤਰ੍ਹਾਂ ਹੋ, ਕਿਉਂਕਿ ਮੀਡੀਆ ਨੇ ਨੈਗੇਟਿਵ ਪੱਖ ਦੇਖਣੇ ਆ, ਬਹੁਤ ਸਾਰੇ ਉਸ ਤਰ੍ਹਾਂ ਦੇ ਚੈਨਲ ਵੀ ਆ। ਤਾਂ ਤੁਹਾਨੂੰ ਕੀ ਲੱਗਦਾ ਸਿੰਘ ਸਾਹਿਬ ਜੀ ਵੀ ਸਤਿਕਾਰਯੋਗ ਨੇ, ਰਾਗੀ ਸਾਹਿਬ ਸਤਿਕਾਰਯੋਗ ਨੇ, ਤਾਂ ਉਸ ਤਰ੍ਹਾਂ ਦੀ ਸ਼ਬਦਾਵਲੀ ਰਾਗੀ ਸਾਹਿਬਾਨ ਨਾਲ ਅੰਦਰ ਵਰਤੀ ਜਾਣੀ ਨਹੀਂ? ਉਹ ਤੇ ਗੁਰੂ ਕੀ ਸੰਗਤ ਜਾਣਦੀ ਆ ਸਾਰਾ। ਜਿਹੜਾ ਮੈਂ ਆਪ ਜੀ ਨੂੰ ਇਹ ਦੱਸ ਹੀ ਦਿੱਤਾ ਵਾ ਕਿ ਸਿੰਘ ਸਾਹਿਬ ਸਤਿਕਾਰਯੋਗ ਨਹੀਂ, ਅਸੀਂ ਉਹਨਾਂ ਨੂੰ ਸਿੰਘ ਸਾਹਿਬ ਜੀ ਕਰਕੇ ਗੋਡੀ ਹੱਥ ਲਾ ਕੇ ਫਤਿਹ ਬੁਲਾਉਂਦੇ ਆ। ਰਾਗੀ ਸਿੰਘ ਵੀ ਸਤਿਕਾਰਯੋਗ ਆ। ਜੇ ਕੋਈ ਮਤਭੇਦ ਹੈ ਤਾਂ ਉਹਨਾਂ ਨੂੰ ਬੜੇ ਰਾਗੀ ਸਿੰਘਾਂ ਨੂੰ ਵੀ ਅਦਬ ਸਤਿਕਾਰ ਨਾਲ ਕਿਹਾ ਜਾਣਾ ਚਾਹੀਦਾ ਕਿ ਭਾਈ ਸਾਹਿਬ ਜੀ ਆਹ ਗੱਲ ਤੇ ਉੱਥੇ ਨਹੀਂ ਹੋਣੀ ਚਾਹੀਦੀ, ਬਾਹਰ ਆ ਕੇ ਜਾਂ ਕਿਸੇ ਤਰ੍ਹਾਂ ਬੁਲਾ ਕੇ ਜਾਂ ਕੋਈ ਕਿਸੇ ਥਾਂ ਮਿਲ ਬੈਠ ਕੇ। ਕੋਈ ਸਿਆਣਾ ਜੇ ਇੰਨੇ ਚਿਰ ਦਾ ਮਸਲਾ ਉਲਝ ਰਿਹਾ ਤੇ ਸਿੰਘ ਸਾਹਿਬ ਜੀ ਬੈਠ ਕੇ ਸਾਲ ਪਹਿਲਾਂ ਸਿੰਘ ਸਾਹਿਬ ਜੀ ਵੀ ਸੋਚ ਲੈਂਦੇ ਕਿ ਦਰਬਾਰ ਸਾਹਿਬ ਦੇ ਅੰਦਰ ਉੱਥੋਂ, ਕਿਉਂਕਿ ਉੱਥੇ ਸਾਡਾ ਡਿਸਟੈਂਸ ਹੁੰਦਾ, ਸੰਗਤ ਸੁਣਦੀ ਹੁੰਦੀ। 1 ਸਾਲ ਪਹਿਲਾਂ ਵੀ ਭਾਈ ਸਾਹਿਬ ਜੀ ਸਿੰਘ ਨਾਲ ਅੰਦਰ ਬੋਲ ਕਬੋਲ ਹੋਇਆ ਸੀ, ਉਹ ਵੀ ਕਾਫੀ ਮਸਲਾ ਹੋਇਆ ਸੀ। ਅਜਨੇ ਜੀ ਮਿਲ ਬੈਠ ਕੇ ਹੱਲ ਹੋਣਾ ਚਾਹੀਦਾ। ਗੁਰੂ ਸਾਹਿਬ ਦੇ ਦਰ ਤੇ ਕੀਰਤਨੀਆਂ ਦਾ ਵੀ ਮਨ ਉਖੜ ਜਾਂਦਾ ਕਿ ਕੋਈ ਜਿੰਨਾ ਮਰਜ਼ੀ ਵਿਦਵਾਨ ਹੋਵੇ, ਇੱਥੇ ਸਿਆਣਪ ਕੰਮ ਨਹੀਂ ਹੁੰਦੀ। ਉਹ ਐਡਾ ਵੱਡਾ ਸਥਾਨ ਹੈ, ਜਿਹੜਾ ਕੋਈ ਕੀਰਤਨ ਕਰਦਾ ਚਾਹੇ ਕੋਈ ਬੁਲਾਰਾ ਬੋਲਦਾ ਜਦੋਂ ਉਹਨੂੰ ਵਿੱਚੋਂ, ਤੇ ਉਹ ਫਿਰ ਥੋੜਾ ਜਿਹਾ ਆਸੇ ਪਾਸੇ ਗੱਲ ਜਿਹੜੀ ਚੱਲ ਜਾਂਦੀ ਹੈ। ਪਰ ਚਲੋ ਇਹ ਹੁਣ ਜੋ ਗਿਆ ਜਿਵੇਂ ਜਿਵੇਂ ਸਮਾਂ ਵਰਤਿਆ ਸਤਸੰਗਤ ਜਾਣਦੀ ਹੈ। ਸਮਾਂ ਸਿੰਘ ਸਾਹਿਬ ਜੀ ਨੇ ਦਿੱਤਾ ਕਦੋਂ ਤੱਕ, ਕਹਿੰਦੇ ਬਾਰੇ ਕੋਈ ਅਗਲੀ ਮੀਟਿੰਗ ਜਾਂ ਸਿੰਘ ਸਾਹਿਬ ਜੀ ਨਾਲ ਗਾਂ ਗੱਲਬਾਤ ਹੋਈ? ਸਿੰਘ ਸਾਹਿਬ ਜੀ ਕਹਿੰਦੇ ਵੀ ਮੈਂ ਸਮਾਂ ਤੁਹਾਡਾ ਨਿਸ਼ਚਿਤ ਨਹੀਂ, ਉਹਨਾਂ ਨੇ ਸਾਡੇ ਨਾਲ ਕੋਈ ਕੀਤਾ। ਬਾਕੀ ਅਸੀਂ ਆਸ ਰੱਖਦੇ ਵੀ ਚਲੋ ਸਾਨੂੰ ਸਾਡੀ ਭਾਵਨਾ ਹੀ ਹੈ ਜੀ, ਗੁਰੂ ਸਾਹਿਬ ਜਾਣਦੇ। ਅਸੀਂ ਅਕਾਲ ਤਖਤ ਸਾਹਿਬ ਦੇ ਅਰਦਾਸ ਸਿੰਘ ਸਾਹਿਬ ਦੇ ਕੋਈ ਅਸੀਂ ਖਿਲਾਫ, ਅਸੀਂ ਕਹਿੰਦੇ ਆ ਵੀ ਇਹ ਜਿਹੜਾ ਗੈਪ ਹੈ ਨਾ ਵੀ ਉੱਥੇ ਟੋਕਾ ਟਪਾਈ ਦਾ, ਇਹ ਮਤਲਬ ਜਿਹੜਾ ਵਾ ਗੁਰੂ ਸਾਹਿਬ ਦੇ ਦਰ ਦੀ ਮਰਜ਼ਾਦਾ ਚੰਗਾ ਨਹੀਂ ਲੱਗਦਾ ਬਾਹਰ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਭਾਈ ਸ਼ੌਕੀਨ ਸਿੰਘ ਜੀ, ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ। ਤਾਂ ਜਿਹੜਾ ਕਿ ਮਸਲਾ ਹੋਇਆ ਪਹਿਲੀ ਵਾਰ ਇਤਿਹਾਸ ਦੇ ਵਿੱਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਸਾਹਿਬਾਨ ਇੱਕ ਹੈੱਡ ਗ੍ਰੰਥੀ ਦੇ ਬਾਰੇ ਜਿਹੜਾ ਹੈੱਡ ਗ੍ਰੰਥੀ ਦੇ ਖਿਲਾਫ ਕਹਿ ਲਓ ਇੱਕ ਲਿਖਤ ਦਰਖਾਸਤ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਆ। ਜਥੇਦਾਰ ਸ੍ਰੀ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਮਸਲੇ ਤੇ ਕੀ ਵਿਚਾਰ ਕਰਦੇ, ਕਿਉਂਕਿ 1 ਸਾਲ ਪਹਿਲਾਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਚੱਲਦੇ ਕੀਰਤਨ ਦੇ ਵਿੱਚ ਕਿ ਰਾਗੀ ਸਾਹਿਬਾਨ ਦੇ ਨਾਲ ਜਿਹੜਾ ਕਿ ਬੋਲ ਕਬੋਲ ਜਿਹੜੀ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ, ਜਿਹੜੀ ਕਿ ਇੱਕ ਰਾਗੀ ਸਾਹਿਬਾਨ ਦੇ ਲਈ ਇੱਕ ਜਥੇਦਾਰ ਵੱਲੋਂ ਹੈੱਡ ਗ੍ਰੰਥੀ ਵੱਲੋਂ ਨਹੀਂ ਸੀ ਸ਼ੋਭਦੀ, ਉਹ ਵਰਤੀ ਗਈ ਸੀ। ਤਾਂ 1 ਸਾਲ ਬੀਤ ਗਿਆ, ਉਸ ਮਸਲੇ ਵਿੱਚ ਵੀ ਨਹੀਂ ਕੁਝ ਹੋਇਆ। ਤਾਂ ਇਸ ਮਸਲੇ ਤੇ ਕੀ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੋਈ ਇਸ ਪਿੱਛੇ ਹੈੱਡ ਗ੍ਰੰਥੀ ਸਾਹਿਬ ਦੀ ਸਿਆਸੀ ਪਾਵਰ ਜਾਂ ਕੁਝ ਹੋਰ, ਕੀ ਆਖਿਰ ਕਾਰਨ ਕੀ ਹੈ ਕਿ ਰਾਗੀ ਸਾਹਿਬਾਨ ਨੂੰ ਸੱਚਖੰਡ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਜਿਹੜੇ ਆ ਉਹ ਭੱਦੀ ਸ਼ਬਦਾਵਲੀ ਲਾਈਵ ਪ੍ਰੋਗਰਾਮ ਦੇ ਵਿੱਚ ਵਰਤ ਰਹੇ ਆ। YouTube ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖ ਸਕਦੇ ਹਾਂ, ਰਾਗੀ ਸਾਹਿਬਾਨ ਕੀਰਤਨ ਕਰਦੇ ਆ ਤਾਂ ਉਹਨਾਂ ਨੂੰ ਦਬਕਦੇ ਆ ਵੀ ਬੰਦ ਕਰ ਓਏ, ਮਤਲਬ ਇਸ ਤਰ੍ਹਾਂ ਕੋਈ ਸ਼ਬਦ ਬਦਲਿਆ ਜਾਂਦਾ। ਤਾਂ ਇਸ ਤਰ੍ਹਾਂ ਦੀ ਜਿਹੜੀ ਗੱਲਾਂ ਉਹ ਮੀਡੀਆ 'ਚ ਆਈਆਂ ਨੇ, ਤਾਂ ਇੱਕ ਬੜਾ ਵੱਡਾ ਵਿਵਾਦ ਪਹਿਲੀ ਵਾਰੀ ਹੋਇਆ। ਸ਼ੁਕਰੀਆ, ਜੁੜੇ ਰਹੋ KTV ਗਲੋਬਲ ਦੇ ਨਾਲ।